Myself Sarita, biology lecturer, Government Girls Senior Secondary School Chandiala. ਸੋ ਅਸੀਂ ਪੜ੍ਹ ਰਹੇ ਹਾਂ ਕਿ ਟੂਲਸ ਫॉर ਬਾਇਓਟੈਕਨੋਲੋਜੀ। ਫਸਟ ਜਿਹੜਾ ਅਸੀਂ ਟੂਲ ਪੜ੍ਹਿਆ ਸੀ that was restriction enzymes. Then we have studied cloning vectors. Now ਜਿਹੜਾ ਹੁਣ ਅਸੀਂ ਥਰਡ ਪੜ੍ਹਾਂਗੇ that is the competent host. So competent host ਕੀ ਹੈ? ਹੋਸਟ ਕੋਈ ਵੀ ਆਰਗੈਨਿਜ਼ਮ ਜਿਸ ਦੇ ਅੰਦਰ ਵੈਕਟਰ ਨੂੰ ਅਸੀਂ ਪਾਣਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਹੋਸਟ। ਕੰਪੀਟੈਂਟ ਮਤਲਬ ਕਿ ਈਜ਼ੀਲੀ ਉਹ ਆਸਾਨੀ ਨਾਲ DNA ਨੂੰ ਲੈ ਸਕੇ। ਸੋ ਫॉर ਟ੍ਰਾਂਸਫੋਰਮੇਸ਼ਨ ਵਿਦ ਰੀਕੋਂਬੀਨੈਂਟ DNA, ਰੀਕੋਂਬੀਨੈਂਟ ਵਿਦ ਡਿਜ਼ਾਇਰਡ ਜੀਨ, ਉਹਦੀ ਟ੍ਰਾਂਸਫੋਰਮੇਸ਼ਨ ਜਾਂ ਉਹਦੀ ਐਂਟਰੀ ਕਰਵਾਉਣੀ ਹੈ ਇਨ ਦੀ ਹੋਸਟ that is known as competent host which will receive. So DNA ਜਿਹੜਾ ਹਾਈਡਰੋਫਿਲਿਕ ਮੋਲੀਕਿਊਲ ਹੈ, that means ਕਿ ਜਿਹੜਾ ਵਾਟਰ ਲਵਿੰਗ ਮੋਲੀਕਿਊਲ, ਇਟ ਕੈਨ ਨਾਟ ਪਾਸ ਥਰੂ ਦਾ ਸੈੱਲ ਮੈਮਬ੍ਰੇਨ, ਔਰ ਇਹ ਸੈੱਲ ਮੈਮਬ੍ਰੇਨ ਦੇ ਵਿੱਚ ਈਜ਼ੀਲੀ ਪਾਸ ਨਹੀਂ ਕਰ ਸਕਦਾ। ਮੀਨਸ ਆਫ ਦਾ ਹੋਸਟ, ਜਿਹੜਾ ਹੋਸਟ ਹੈ ਉਹਦੇ ਸੈੱਲ ਮੈਮਬ੍ਰੇਨ ਦੇ ਵਿੱਚੋਂ ਈਜ਼ੀਲੀ ਪਾਸ ਨਹੀਂ ਕਰ ਸਕਦਾ। ਵਾਈ? ਬਿਕੋਜ਼ ਜਿਹੜੀ ਸੈੱਲ ਵੋਲ that is made up of phospholipids और बेसिकली इहदा नेचर है that is हाइड्रोफोबिक मैमब्रेन, that is water repelling membrane. So इहदे विच एंट्री करवानी that is a slightly tough work. So here the bacterial cell must be made competent. ਉਹਨੂੰ ਇਸ ਤਰ੍ਹਾਂ ਦਾ ਯੋਗ ਬਣਾਉਣਾ ਹੈ, ਇਸ ਯੋਗ ਬਣਾਉਣਾ ਹੈ ਤਾਂ ਕਿ ਉਹ ਈਜ਼ੀਲੀ ਜਿਹੜਾ ਰੀਕੋਂਬੀਨੈਂਟ DNA ਉਹ ਮੀਨਸ ਕਿ ਜਿਹੜਾ ਪਲਾਸਮਿਡ ਹੈ ਜਿਸ ਦੇ ਵਿੱਚ ਇਨਸਰਟਿਡ ਜੀਨ ਹੈ ਉਹਨੂੰ ਈਜ਼ੀਲੀ ਰਿਸੀਵ ਕਰ ਸਕੇ। ਸੋ ਇਸ ਤੋਂ ਬਾਅਦ ਇਹਨੂੰ ਕੀ ਕੀਤਾ ਜਾਂਦਾ ਹੈ ਕਿ ਜਿਹੜਾ ਹੋਸਟ ਹੈ ਉਹਨੂੰ ਕੰਪੀਟੈਂਟ ਬਣਾਇਆ ਜਾਂਦਾ ਹੈ ਤਾਂ ਕਿ ਉਹ ਈਜ਼ੀਲੀ ਜਿਹੜੇ DNA ਨੂੰ ਲੈ ਸਕੇ। ਉਹਨੂੰ ਟਰੀਟ ਕਰਨ ਲਈ ਅਸੀਂ ਕੌਨਸਨਟ੍ਰੇਸ਼ਨ ਇਹਦੇ ਵਿੱਚ ਪਾਉਂਦੇ ਹਾਂ ਕੈਲਸ਼ੀਅਮ ਕਲੋਰਾਈਡ ਦੀ ਸੋਲੂਸ਼ਨ। ਐਸ ਅ ਰਿਜ਼ਲਟ ਕੈਲਸ਼ੀਅਮ ਆਇਨਸ ਬਣ ਜਾਂਦੇ ਹੈ और डाइवेलेंट कैल्शियम आयन्स, और ये कैल्शियम आयन्स इनक्रीज कर देंगे एफिशिएंसी विद विच DNA एंटर्स द बैक्टीरियल सैल, होस्ट सैल दे विच एंटर कर जाता है थ्रू द पोर्स प्रेजेंट इन द सैल वॉल ऑफ द ई कोलाई। जिहड़ा हुण रीकॉम्बिनेंट DNA कैन दैन बी फोर्स्ड इनटू द सच अ सैल्स by incubating the cells with recombinant DNA on ice. So ये recombinant DNA है इहदे उपर और this is E. coli, दोनों नू incubate किया जाता है। That means दोनों नू they are placed together for some time on ice. Then इस तो बाद these are then placing them on heat shock, that is फिर आइस तो बाद एकदम इन्हों चक के 42 डिग्री सैल्सीयस ते हीट शॉक दी जाती है। दैन पुटिंग दैम बैक ऑन आइस। सो ये प्रोसैस की होया कि पहला इन्हों आइस ते रखा जाता है, फिर इन्हों हीट शॉक दी जाती है, दैन अगेन फिर इनू आइस ते प्लेस किया जाता है। सो हीट शॉक गिवन एट 42 डिग्री सैल्सीयस। एज अ रिजल्ट ਕੀ ਹੋਏਗਾ ਇਹਦੇ ਵਿੱਚ ਪੋਰਸ ਕ੍ਰੀਏਟ ਹੋ ਜਾਂਦੇ ਆ ਜਿਸ ਦੇ ਨਾਲ ਜਿਹੜਾ DNA ਹੈ that enters the host cell. Now this enables the bacteria to take up the recombinant DNA. So recombinant DNA that enters the E. coli due to this treatment. सिर्फ यही तरीका नहीं है जिस दे नाल असी DNA ਨੂੰ ਹੋਸਟ ਸੈੱਲ ਵਿੱਚ ਇੰਟਰੋਡਿਊਸ ਕਰ ਸਕਦੇ ਹਾਂ, ਹੋਰ ਵੈਕਟਰਲੈਸ ਟੈਕਨੀਕਸ ਵੀ ਹੈ ਜਿਸ ਤਰ੍ਹਾਂ ਕਿ ਮਾਈਕਰੋ ਇੰਜੈਕਸ਼ਨ ਦੇ ਵਿੱਚ ਜਿਹੜਾ DNA ਹੈ that means the desired gene ਹੈ that is inserted into the host cell directly ਇਹਦੇ ਨਿਊਕਲੀਅਸ ਵਿੱਚ ਇਨਸਰਟ ਕੀਤੀ ਜਾਂਦੀ ਹੈ by means of injection. ਮਾਈਕਰੋ ਇੰਜੈਕਸ਼ਨ ਮੀਨਸ ਬਹੁਤ ਛੋਟਾ ਇੱਕ ਇੰਜੈਕਸ਼ਨ ਦੇ ਫਾਰਮ ਦੇ ਵਿੱਚ DNA ਨੂੰ ਉਹਦੇ ਵਿੱਚ ਇਨਸਰਟ ਕਰਨਾ ਹੈ ਇੰਜੈਕਸ਼ਨ ਦੇ ਵਿੱਚ, then it is inserted into the host nucleus. ਇੱਕ ਹੋਰ ਮੈਥਡ ਹੈ ਜਿਸ ਨਾਲ ਅਸੀਂ DNA ਨੂੰ ਇਨਸਰਟ ਕਰ ਸਕਦੇ ਹਾਂ in the plants. Here
in this case cells are bombarded with high velocity micro particles, छोटे particles ਲੈਣੇ ਆ gold ਦੇ ਜਾਂ tungsten ਦੇ, ਔਰ ਉਹਦੇ ਉੱਪਰ ਜਿਹੜਾ ਅਸੀਂ DNA ਦੀ ਕੋਟਿੰਗ ਕਰ ਦਿੰਦੇ ਆ, that means ਉੱਪਰ ਉਹਦੇ ਕੋਟਿੰਗ ਕਰਨ ਤੋਂ ਬਾਅਦ ਕੋਟਿੰਗ ਕੀਤੀ ਜਾਂਦੀ ਹੈ ਗੋਲਡ ਔਰ ਟੰਜਸਟਨ ਦੇ ਉੱਪਰ DNA ਦੀ ਕੋਟਿੰਗ, ਅਤੇ ਇਸ ਨੂੰ ਅਸੀਂ ਕਹਿੰਦੇ ਆ ਬਾਇਓਲਿਸਟਿਕਸ ਔਰ ਜੀਨ ਗਨ ਮੈਥਡ। ਜਿਸ ਤਰ੍ਹਾਂ ਹਾਈ ਵੈਲੋਸਿਟੀ ਦੇ ਨਾਲ ਫਾਇਰ ਕੀਤੀ ਜਾਂਦੀ ਹੈ, ਜਿਸ ਰਾਹੀਂ ਇਹ DNA ਵਿਦ ਦੀ ਹੈਲਪ ਆਫ ਦਿਸ ਗੋਲਡ ਔਰ ਟੰਜਸਟਨ ਜਿਹੜੀਆਂ ਮਾਈਕਰੋ ਪਾਰਟੀਕਲਸ ਹੈ ਇਟ ਵਿਲ ਐਂਟਰ ਇਨਸਾਈਡ ਦਾ ਪਲਾਂਟ ਸੈੱਲ। ਸੋ ਜਦੋਂ ਅਸੀਂ ਇਹਦੀ ਬੰਬਾਰਡਮੈਂਟ ਕਰਦੇ ਹਾਂ ਇਹਨਾਂ ਦੀ ਪਾਰਟੀਕਲਸ ਦੀ, ਦੇ ਆਰ ਕੈਰਿੰਗ ਦ DNA ਡਿਜ਼ਾਇਰਡ ਜੀਨ ਹੈ ਜਿਹੜੀ ਸਾਡੀ ਡਿਜ਼ਾਇਰਡ DNA ਇਨਟੂ ਦਾ ਹੋਸਟ ਸੈੱਲ, ਔਰ ਇਹ ਜਿਹੜੀ ਦਿਸ ਗੋਲਡ ਔਰ ਟੰਜਸਟਨ ਪਾਰਟੀਕਲਸ ਦੀਸ ਆਰ ਨੋਨ ਰਿਐਕਟਿਵ, ਔਰ ਜਦੋਂ ਇਹ ਐਂਟਰ ਕਰਨਗੇ ਸੈੱਲ ਉੱਥੇ ਉਹਨਾਂ ਨੂੰ ਕੋਈ ਇਫੈਕਟ ਨਹੀਂ ਹੁੰਦਾ। ਸੋ ਹੇਅਰ ਇੱਕ ਅਦਰ ਮੈਥਡਸ ਦੈਟ ਵੀ ਔਰ ਹੈਵ ਆਲਰੇਡੀ ਰੈਡ ਜਿਹੜੇ ਆ ਡਿਸਾਰਮਡ ਪੈਥੋਜਨਸ ਹੈ। ਸੋ ਹੇਅਰ ਡਿਸਾਰਮ ਵੀ ਕੀਤੇ ਜਾ ਸਕਦੇ ਆ ਪੈਥੋਜਨਸ। ਡਿਸਾਰਮ ਦਾ ਮਤਲਬ ਹੈ ਕਿ ਪੈਥੋਜਨਸ ਜਿਨ੍ਹਾਂ ਦੀ ਡਿਜ਼ੀਜ਼ ਕੋਜ਼ ਕਰਨ ਦੀ ਕੈਪੈਸਿਟੀ ਹੈ ਦੈਟ ਇਜ਼ ਰਿਡਿਊਸਡ। ਸੋ ਸਾਰੀ ਖ਼ਤਮ ਕੀਤੀ ਜਾਂਦੀ, ਮੀਨਸ ਕਿ ਕੈਪੈਸਿਟੀ ਪੂਰੀ ਉਹਦੀ ਲੋਸਟ ਕੀਤੀ ਜਾਂਦੀ ਹੈ। ਐਸ ਅ ਰਿਜ਼ਲਟ ਜਿਹੜਾ ਡਿਸਆਰਮਡ ਪੈਥੋਜਨ ਹੈ ਉਹ ਡਿਜ਼ਾਇਰਡ ਜੀਨ ਜਿਹੜੀ ਕਿ ਅਸੀਂ ਇਨਸਰਟ ਕਰਨਾ ਚਾਹੁੰਦੇ ਹਾਂ ਉਹ ਹੋਸਟ ਦੇ ਵਿੱਚ ਲੈ ਜਾਏਗਾ। ਲਾਈਕ ਐਗਰੋਬੈਕਟੀਰੀਅਮ ਟੂਬੀਫੇਸ਼ੀਅਨਸ ਜਿਹੜਾ ਸੀਗਾ ਉਹ ਇਨ ਪਲਾਂਟਸ ਦੇ ਵਿੱਚ ਡਿਜ਼ਾਇਰਡ ਜੀਨ ਲੈ ਜਾਏਗਾ। ਰੈਟਰੋਵਾਇਰਸ ਜਿਹੜੀ ਹੈ ਰੈਟਰੋਵਾਇਰਸ ਇਟ ਵਿਲ ਕੈਰੀ ਦਾ ਡਿਜ਼ਾਇਰਡ ਜੀਨ ਇਨ ਕੇਸ ਆਫ ਐਨੀਮਲਸ। ਸੋ ਅਸੀਂ ਸਾਰੇ ਟੂਲਸ ਪੜ੍ਹ ਚੁੱਕੇ ਹਾਂ ਇੱਥੇ ਕਿਸ ਤਰ੍ਹਾਂ ਅਸੀਂ ਰੀਕੋਂਬੀਨੈਂਟ DNA बनाना है by means of using restriction enzymes, cloning vectors, host competent host utilize करके सारे tools सीगे। ਹੁਣ ਇਸ ਤੋਂ ਬਾਅਦ ਅਸੀਂ ਜਿਹੜਾ process ਹੈ this of recombinant DNA technology we will study in the next video. Students, myself Sarita, biology lecturer, Government Girls Senior Secondary School Jandiala. This is the 4th video from lesson 11th that is biotechnology। ਅਸੀਂ ਬਾਇਓਟੈਕਨੋਲੋਜੀ ਦੇ ਵਿੱਚ ਉਹਦੇ ਜਿਹੜੇ ਮੇਨ ਪ੍ਰੋਸੈਸ ਡਿਟੇਲ ਦੇ ਵਿੱਚ ਹੁਣ ਅਸੀਂ ਪੜ੍ਹਾਂਗੇ, ਔਰ ਉਸ ਤੋਂ ਪੜ੍ਹਨ ਤੋਂ ਪਹਿਲਾਂ ਜਿਹੜਾ ਉਹਦਾ ਬੇਸਿਕ ਲੇਆਊਟ ਹੈ ਬਾਇਓਟੈਕਨੋਲੋਜੀ ਦਾ that is going to be discussed। so this is bacterial plasmid। ਇਹ ਬੈਕਟੀਰੀਆ ਦਾ ਪਲਾਸਮਿਡ ਹੈ। ਪਲਾਸਮਿਡ ਇਜ਼ ਐਕਸਟਰਾ ਕ੍ਰੋਮੋਸੋਮਲ DNA, ਔਰ ਇਹ ਜਿਹੜਾ ਬੈਕਟੀਰੀਆ ਦਾ ਆਪਣਾ ਹੈ ਕ੍ਰੋਮੋਸੋਮਲ DNA। ਸੋ ਜਿਹੜਾ ਦਿਸ ਪਲਾਸਮਿਡ ਹੈ that is extra chromosomal DNA present outside the main DNA। so it has the capacity to replicate। autonomous ਹੈ, ਆਪਣੇ ਆਪ ਰੈਪਲੀਕੇਟ ਕਰਦਾ ਹੈ। ਸੋ ਇਸ ਨੂੰ ਪਹਿਲਾਂ ਬੈਕਟੀਰੀਅਲ ਪਲਾਸਮਿਡ ਨੂੰ ਬਾਹਰ ਨਿਕਾਲਿਆ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਹਿਊਮਨ DNA ਜਿਸ ਦੇ ਵਿੱਚ ਸਾਨੂੰ ਡਿਜ਼ਾਇਰਡ ਜੀਨ ਚਾਹੀਦੀ ਹੈ ਦੈਟ ਇਜ਼ ਸਿਲੈਕਟਿਡ, ਔਰ ਡਿਜ਼ਾਇਰਡ ਜੀਨ ਹੈ that is to be inserted in the plasmid। ਸੋ ਰਿਸਟ੍ਰਿਕਸ਼ਨ ਐਂਜ਼ਾਈਮ ਇਹਦੇ ਵਿੱਚ ਯੂਟੀਲਾਈਜ਼ ਕੀਤੀ ਜਾਂਦੀ ਹੈ ਜਿਹੜੀ ਕਿ ਪਲਾਸਮਿਡ ਨੂੰ ਕੱਟ ਕਰਦੀ ਹੈ one place but cuts the human DNA molecule at thousands of sites। ਲੇਕਿਨ ਜਿਹੜੀ ਆਹ ਰਿਸਟ੍ਰਿਕਸ਼ਨ ਐਂਜ਼ਾਈਮਸ ਹੈ ਹਿਊਮਨਸ ਦੇ DNA ਨੂੰ ਕਾਫੀ ਛੋਟੇ ਛੋਟੇ ਪੀਸਿਸ ਵਿੱਚ ਕੱਟ ਦਿੰਦੀ ਹੈ। one of those fragment carries the protein of ਜਿਹੜੀ ਅਸੀਂ ਜੀਨ ਆਫ ਇੰਟਰਸਟ ਹੈ ਉਹਨਾਂ ਇੱਕ DNA ਦੇ ਵਿੱਚ ਇੱਕ ਸੈਗਮੈਂਟ ਹੈ ਜਿਹੜੀ ਕਿ ਸਾਡੀ ਜੀਨ ਆਫ ਇੰਟਰਸਟ ਹੈ ਜਾਂ ਡਿਜ਼ਾਇਰਡ ਜੀਨ ਹੈ। ਦੈਨ ਨੈਕਸਟ ਸਟੈਪ ਕੀ ਹੈ ਕਿ ਜਿਹੜਾ ਪਲਾਸਮਿਡ ਹੈ ਦੈਟ ਇਜ਼ ਕੱਟ ਐਂਡ ਸਟਿਕੀ ਐਂਡਸ ਬਣ ਜਾਂਦੇ ਆ ਉਹਦੇ ਵਿੱਚ ਪਲਾਸਮਿਡ ਦੇ ਵਿੱਚ। ਦੇ ਮੈਚ ਵਿਦ ਦ ਸਟਿਕੀ ਐਂਡਸ ਆਫ ਦਾ ਹਿਊਮਨ DNA fragment। ਸੋ ਅਕੋਰਡਿੰਗ ਟੂ ਦ ਬੇਸ ਪੇਅਰ। ਸੋ ਇਹਦੇ ਵਿੱਚ ਜਿਹੜੇ ਸਟਿਕੀ ਐਂਡਸ ਫੋਰਮੇਸ਼ਨ ਹੋਏ ਔਰ ਮੇਨ ਸਟਿਕੀ ਐਂਡਸ ਦੂਸਰੇ ਦੇ ਵਿੱਚ ਹਿਊਮਨ
DNA ਦੇ ਵਿੱਚ ਸਟਿਕੀ ਐਂਡਸ ਫੋਰਮੇਸ਼ਨ ਹੁੰਦੀ ਹੈ। ਔਰ ਜਿਹੜੀ ਬੇਸ ਪੇਅਰਿੰਗਸ ਹੈ, ਯੂ ਨੋ ਦ ਬੇਸ ਪੇਅਰਿੰਗਸ, ਉਸੀ ਤਰ੍ਹਾਂ ਇਹਨਾਂ ਦੇ ਵਿੱਚ ਜਿਹੜੀ ਬੇਸ ਪੇਅਰਿੰਗਸ ਹੋਣ ਦੇ ਨਾਲ ਇਹ ਜਿਹੜੀ ਆਪਸ ਵਿੱਚ ਜੁੜ ਜਾਂਦੇ ਆ। ਫਿਰ ਇਸ ਨੂੰ ਜੁਆਇਨ ਕਰਨ ਲਈ that is DNA ligase is needed। और दोनों स्ट्रैंड ਜਿਹੜੇ DNA ਦੇ ਮੋਲੀਕਿਊਲ ਦੇ ਸਟ੍ਰੈਂਡਸ ਹੈ that of plasmid और ਜਿਹੜੀ desired gene ਹੈ they are combined together ਜਾਂ join ਕੀਤੇ ਜਾਂਦੇ ਆ forming a recombinant DNA। so this is recombinant DNA is formed chimeric DNA। और ਅਸੀਂ ਇਹਨੂੰ ਜਿਹੜਾ recombinant DNA ਹਾਈਬ੍ਰਿਡ DNA ਕਹਿ ਸਕਦੇ ਹਾਂ। ਸੋ ਦਿਸ DNA ਰੀਕੋਂਬੀਨੈਂਟ DNA ਅੰਡਰ ਦ ਰਾਈਟ ਕੰਡੀਸ਼ਨਸ ਇਹਨੂੰ ਬੈਕਟੀਰੀਅਲ ਸੈੱਲ ਦੇ ਵਿੱਚ ਮੁੜ ਕੇ ਇੰਟਰੋਡਿਊਸ ਕੀਤਾ ਜਾਂਦਾ ਹੈ। ਸੋ ਜਿਹੜਾ ਹੋਸਟ, ਦਿਸ ਇਜ਼ ਹੋਸਟ, ਜਿਹੜੀ ਈਕੋਲਾਈ ਹੈ ਜਾਂ ਬੈਕਟੀਰੀਅਲ ਹੈ ਦੈਟ ਇਜ਼ ਦ ਹੋਸਟ। ਔਰ ਉਹ ਜਿਹੜਾ ਪਲਾਸਮਿਡ ਵਿਦ ਡਿਜ਼ਾਇਰਡ ਜੀਨ ਉਸਨੂੰ ਅਸੈਪਟ ਕਰਦਾ ਹੈ। then after that cell division ਜਦੋਂ ਇਹਦੀ ਹੋਏਗੀ ਬੈਕਟੀਰੀਆ ਦੀ results in many identical copies, ਇਹ ਬਹੁਤ ਸਾਰੀਆਂ ਕੋਪੀਸ ਬਣ ਜਾਂਦੀਆਂ of the bacterial cell। all these bacterial cell they contain the desired gene। ਔਰ ਸਾਰਿਆਂ ਦੇ ਵਿੱਚ ਆ ਦੇਖੋ ਤੁਸੀਂ ਆ these are the desired genes। so multiple copies ਬਣ ਗਈਆਂ ਇਹਦੇ ਵਿੱਚ। this is known as cloning। ਜਿਹੜੀ human ਦੀ gene ਸੀ that has been many copies of such genes are formed। so ਇਸ process ਨੂੰ ਕਹਾਂਗੇ cloning। ਔਰ ਜਿਹੜਾ ਇਹ process ਹੈ humans ਦਾ genes ਦੀ insertion ਹੋਣੀ that is ਮੁੜ ਕੇ ਅਸੀਂ ਜੀਨ ਦੀ ਟ੍ਰਾਂਸਫਰ ਕਰਨੀ ਹੈ E. coli ਦੀ this is gene transfer ਔਰ this is recombinant DNA। so ਇਹ ਤਿੰਨ ਜਿਹੜੇ ਮੇਨ processes ਹੈ in the case of biotechnology।